हेलो एवरीवन एंड वेलकम टू चेतन भारत लर्निंग। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੰਟੀਨਿਊ ਕਰਦੇ ਹਾਂ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀ ਪੋਲਿਟੀ ਦੀ ਐਮਸੀਕਿਊ ਦੀ ਸੀਰੀਜ਼ ਵਿੱਚ। ਅੱਜ ਦੀ ਵੀਡੀਓ ਦੇ ਟੌਪਿਕਸ ਹੋਣਗੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਪਾਰਲੀਮੈਂਟ। ਜੋ ਜੋ ਇੰਪੋਰਟੈਂਟ ਟੌਪਿਕਸ, ਸਬ ਟੌਪਿਕਸ ਜਿਨ੍ਹਾਂ ਤੋਂ ਸਵਾਲ ਪੁੱਛਿਆ ਜਾ ਸਕਦਾ ਉਹਨਾਂ ਨੂੰ ਆਪਾਂ ਐਮਸੀਕਿਊ ਦੇ ਥਰੂ ਕਵਰ ਕਰਦੇ ਹਾਂ ਜੀ। ਸੋ ਲੈਟਸ ਸਟਾਰਟ ਵਿਦ ਦ ਫਰਸਟ ਟੌਪਿਕ। ਪ੍ਰੈਜ਼ੀਡੈਂਟ ਦੀ ਗੱਲ ਕਰਨ ਵਾਲੇ ਹਾਂ। जिस तरीके के सवाल पूछे जा सकते हैं उन्हें सारी कैटेगरीज में आप कवर करने की कोशिश करने वाले हैं। कंसिडर द फॉलोइंग स्टेटमेंट्स। असर्शन हैगी प्रेसिडेंट ऑफ इंडिया इज डिफरेंट फ्रॉम द ब्रिटिश किंग। रीजनिंग हैगी है ऑफिस ऑफ इंडियन प्रेसिडेंट इज सिमिलर टू दैट ऑफ अमेरिका। वो स्टूडेंट्स अक्सर पूछते हैं कि सर ईटीआई दे विच सवाल किहो जिहे आ सकते हैं। सानू तो लगता है सर सिंगल स्टेटमेंट बेस ਜਿਹੜੇ ਹੁੰਦੇ ਚਾਰ ਸਟੇਟਮੈਂਟ ਦਿੱਤੀਆਂ ਹੋਈਆਂ ਉਹਨਾਂ ਤੋਂ ਇੱਕ ਸਹੀ ਹੋਊਗਾ। ਸਰ ਇਹੀ ਆਉਣ ਵਾਲੇ ਸਵਾਲ ਹੈ, ਪਰ ਕਿਤੇ ਵੀ ਇਹ ਲਿਖਿਆ ਨਹੀਂ ਹੋਇਆ। ਉਹ ਮਲਟੀਪਲ ਸਟੇਟਮੈਂਟ ਕਰੈਕਟ ਫਾਰਮੈਟ ਦੇ ਵਿੱਚ ਵੀ ਸਵਾਲ ਪੁੱਛ ਸਕਦੇ ਆ, ਉਹ ਮੈਚ ਦ ਫੋਲੋਇੰਗ ਵਿੱਚ ਵੀ ਪੁੱਛ ਸਕਦੇ ਆ, ਅਜ਼ਰਸ਼ਨ ਰੀਜ਼ਨਿੰਗ ਦੇ ਵਿੱਚ ਪੁੱਛ ਸਕਦੇ ਆ। ਤਾਂ ਸਾਡਾ ਪਰਪਸ ਹੁੰਦਾ ਹੈ ਕਿ ਆਪਾਂ ਸਾਰੇ ਟਾਈਪ ਦੇ ਕੁਐਸਚਨਸ ਦੀ ਪ੍ਰੈਕਟਿਸ ਕਰਕੇ ਜਾਈਏ ਤਾਂ ਕਿ ਐਗਜ਼ਾਮੀਨੇਸ਼ਨ ਦੇ ਵਿੱਚ ਸਾਨੂੰ ਕੋਈ ਨਵਾਂ ਸਰਪ੍ਰਾਈਜ਼ ਨਾ ਝੇਲਣਾ ਪੈ ਜਾਏ। ठीक है, सो चलिए शुरू करते हैं जी। हाँ जी, अबाउट द नेचर ऑफ प्रेसिडेंट ऑफ इंडिया उन्होंने कंपेयर कर रहे हैं विद ब्रिटिश मोनार्क। ब्रिटिश दे मोनार्क ना कंपेयर कर रहे हैं, प्रेसिडेंट की गल नहीं कर रहे, ब्रिटिश दे मोनार्क की गल हो रही है उरे। इंडियन प्रेसिडेंट है, वी आर कंपेयरिंग विद ब्रिटिश किंग। हाँ जी, की ये डिफरेंट है? ऑफ कोर्स बिल्कुल सही गल है जी। यह एक रिपब्लिकन ट्रेडिशन है, इंडिया रिपब्लिक है, ਜਿਹੜਾ ਹੈਡ ਆਫ ਦ ਸਟੇਟ ਹੈ ਉਹ ਇਲੈਕਟਿਡ ਹੈ, ਬਟ दैट इज नॉट द केस विद ब्रिटेन। सो रीजनिंग ਤੇ ਜਾਣਦੇ ਆ, ਕਹਿੰਦੇ ਆਫਿਸ ਆਫ ਇੰਡੀਅਨ ਪ੍ਰੈਜ਼ੀਡੈਂਟ ਇਜ਼ ਸਿਮਿਲਰ ਟੂ दैट ਆਫ ਅਮਰੀਕਾ। ਅਮਰੀਕਾ ਦੇ ਕੇਸ ਤੇ ਇੰਡੀਆ ਦੇ ਕੇਸ ਫੰਡਾਮੈਂਟਲ ਡਿਫਰੈਂਸ ਕੀ ਹੈ? ਆਪਾਂ ਫੋਲੋ ਕਰਦੇ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਜਿਹਦੇ ਚ ਆਪਾਂ ਦੇਖਦੇ ਆ कि प्रेसिडेंट ਜਿਹੜਾ ਹੈਗਾ ਨੋਮੀਨਲ ਹੈਡ ਹੈ। ਰੀਅਲ ਹੈਡ ਕੌਣ ਬਣਦਾ ਹੈ? ਜਿਹਦੇ ਕੋਲ ਐਗਜ਼ੀਕਿਊਟਿਵ ਕੰਟਰੋਲ ਹੈ। ਆਫ ਕੋਰਸ ਰੀਅਲ ਹੈਡ ਦੀ ਗੱਲ ਕਰ ਰਹੇ ਆਪਾਂ ਉਰੇ, ਤਾਂ ਉਹ ਤੁਸੀਂ ਦੇਖਦੇ ਹੋ ਪੀਐਮ ਸਾਹਿਬ ਬਣਦੇ। ਪ੍ਰੈਸਿਡੈਂਟ ਨੋਮੀਨਲ ਹੈਡ ਬਣ ਕੇ ਬੈਠੇ ਉਰੇ। ਪਰ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਉਰੇ ਪ੍ਰੈਸਿਡੈਂਟ ਜਿਹੜਾ ਹੈਗਾ ਉਹ ਦੈਟ ਇਜ਼ ਡਾਇਰੈਕਟਲੀ ਇਲੈਕਟਡ ਬਾਈ ਦੀ ਪੀਪਲ। ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ। ਨੇਚਰ ਦੋਨਾਂ ਗਵਰਨਮੈਂਟਸ ਦਾ ਅਲੱਗ-ਅਲੱਗ ਹੈ। ਪਾਰਲੀਮੈਂਟਰੀ ਦੇ ਕੇਸ ਯੂ ਹੈਵ एग्जीक्यूटिव विच इज डायरेक्टली रिस्पॉन्सिबल टू लेजिस्लेचर। क्यों? क्योंकि लेजिस्लेचर चों ही एग्जीक्यूटिव ਨੂੰ ਕੱਢਿਆ ਗਿਆ। पीएम ਹੋ ਗਏ ਜਾਂ ਕਾਉਂਸਲ ਆਫ ਮਿਨਿਸਟਰਸ ਹੋ ਗਏ ਜਾਂ ਕੈਬਨਿਟ ਮਿਨਿਸਟਰਸ ਹੋ ਗਏ, ਇਹ ਸਾਰੇ ਪਹਿਲਾਂ ਤਾਂ ਲੈਜਿਸਲੇਚਰ ਦਾ ਪਾਰਟ ਨੇ। ਤੁਸੀਂ ਚੁਣਿਆ ਇਹਨਾਂ ਨੂੰ, ਉਹਨਾਂ ਨੂੰ ਸੰਸਦ ਭੇਜਿਆ, ਉਹ ਸੰਸਦ ਚੋਂ ਬਾਅਦ ਮੰਤਰੀ ਬਣੇ। ਇਹ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਜਿਹਦੇ ਵਿੱਚ ਅਕਾਊਂਟੇਬਿਲਿਟੀ ਨੂੰ ਆਪਾਂ ਜ਼ਿਆਦਾ ਤਰਜੀਹ ਦਿੰਦੇ ਆ ਐਸ ਕੰਪੇਅਰ ਟੂ ਸੋ ਕਾਲਡ ਐਫੀਸ਼ੀਐਂਸੀ। पर जो प्रेसिडेंशियल फॉर्म ऑफ गवर्नमेंट की गल करते हैं तो यूएस की गल करिए तो उरे डोनाल्ड ट्रंप को अधिकार है कि वह अपनी मिनिस्ट्रीज के विच किहड़े-किहड़े बंदियां नूं चुन सकता है। जो उन्हें लगता है कि यह इंसान वधिया परफॉर्म नहीं कर रहा या उसका नजरिया प्रेसिडेंट के नजरिए नाल मेच नहीं खा रहा, तो प्रेसिडेंट चाहे तो उन्होंने बदल सकता है। इसलिए हाउस कदे नहीं पूछूगा उसनूं कि तुसीं क्यों बदलिया। तो दोनों देशों की ਜਿਹੜੀ ਫਾਰਮ ਆਫ ਗਵਰਨਮੈਂਟ ਹੈ ਉਹਨਾਂ ਵਿੱਚ ਬਹੁਤ ਵੱਡਾ ਅੰਤਰ ਹੈ, ਜ਼ਮੀਨ ਆਸਮਾਨ ਦਾ ਅੰਤਰ ਹੈ ਪਾਰਲੀਮੈਂਟਰੀ ਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ। ਤਾਂ ਆਫਿਸ ਆਫ ਇੰਡੀਅਨ ਪ੍ਰੈਜ਼ੀਡੈਂਟ ਇਜ਼ ਨਾਟ ਸਿਮਿਲਰ ਟੂ दैट ਆਫ ਅਮਰੀਕਾ। ਸੋ ਇਹਦੇ ਕੇਸ 'ਚ ਆਪਣਾ ਸਹੀ ਆਨਸਰ ਕਿਹੜਾ ਬਣਦਾ ਜੀ? ਬੋਥ ਸੌਰੀ ਹਾਂ, ਰੀਜ਼ਨ ਜਿਹੜਾ ਹੈਗਾ ਦਿਸ ਇਜ਼ ਇਨਕਰੈਕਟ। ਅਜ਼ਰਸ਼ਨ ਜਿਹੜਾ ਹੈਗਾ ਇਹ ਤਾਂ ਕਰੈਕਟ ਹੀ ਹੈ ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਡਿਫਰੈਂਟ ਫਰੋਮ ਬ੍ਰਿਟਿਸ਼ king. So in this case the right answer is C. A is true but R is false. Next, given below are the two statements. Union executive is headed by the president of India. Yes or no? वीडियो ਨੂੰ pause ਕਰਕੇ ਸੋਚੋ ਜ਼ਰਾ। ਥੋੜੀ ਦੇਰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਨੋਮੀਨਲ ਹੈਡ ਹੈਗਾ ਉਹ ਕੌਣ ਹੈ? ਉਹ ਪ੍ਰੈਜ਼ੀਡੈਂਟ ਸਾਹਿਬ ਹੀ ਨੇ ਨੋਮੀਨਲ ਹੈਡ। The union executive is headed by whom? The president of इंडिया। रीजनिंग की है, कहते देयर इज नो लिमिटेशन ऑन द पावर ऑफ प्रेसिडेंट। प्रेसिडेंट जो करना चाहे कर सकता है। एक गल तो है कि प्रेसिडेंट इज पावरफुल,
ਬਟ ਸਿੰਸ ਆਪਾਂ ਫੋਲੋ ਕਰਦੇ ਹਾਂ ਕਨਸਟੀਟਿਊਸ਼ਨਲ ਫਾਰਮ ਆਫ ਗਵਰਨਮੈਂਟ, ਕਨਸਟੀਟਿਊਸ਼ਨਲ ਫਾਰਮ ਆਫ ਗਵਰਨਮੈਂਟ ਮਤਲਬ ਲਿਮਿਟਿਡ ਗਵਰਨਮੈਂਟ, ਮਤਲਬ ਇੱਕ ਦਾਇਰੇ ਦੇ ਵਿੱਚ ਹੀ ਕੰਮ ਹੋ ਸਕਦਾ ਹੈ। ਜਿੰਨੇ ਵੀ ਇੰਸਟੀਟਿਊਸ਼ਨਸ ਨੇ ਜੋ ਕਿ ਕਨਸਟੀਟਿਊਸ਼ਨ ਨੇ ਬਣਾਏ ਨੇ ਉਹ ਸਾਰਿਆਂ ਦੀ ਜਿਹੜੀ ਪਾਵਰ ਹੈਗੀ ਉਹ ਲਿਮਿਟਿਡ ਹੈਗੀ ਹੈ। ਤਾਂ ਪ੍ਰੈਜ਼ੀਡੈਂਟ ਵੀ ਉਸ ਤੋਂ ਉੱਤੇ ਨਹੀਂ ਹੋ ਸਕਦਾ, ਪ੍ਰੈਜ਼ੀਡੈਂਟ ਦੀ ਪਾਵਰ ਵੀ ਜਿਹੜੀ ਹੈਗੀ ਹੈ ਉਹ ਲਿਮਿਟਿਡ ਹੀ ਹੈ। So statement 2 is incorrect. So in this case we have first statement which is correct and statement 2 is incorrect. So C happens to be the right answer. ਅੱਗੇ ਚੱਲਦੇ ਹਾਂ ਜੀ। The electoral college, हाँ जी, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨਾਲ, ਪ੍ਰੈਜ਼ੀਡੈਂਟ ਦੇ ਇੰਪੀਚਮੈਂਟ ਨਾਲ, ਪ੍ਰੈਜ਼ੀਡੈਂਟ ਦੇ ਫੰਕਸ਼ਨਸ ਨਾਲ ਅਕਸਰ ਸਵਾਲ ਪੁੱਛੇ ਜਾਂਦੇ ਆ। ਤਾਂ ਪਹਿਲੀ ਥੀਮ ਆਪਾਂ ਕਵਰ ਕਰ ਰਹੇ ਹਾਂ ਉਰੇ ਇਲੈਕਟੋਰਲ ਕਾਲਜ, ਇਲੈਕਸ਼ਨ ਦੀ ਗੱਲ ਹੋ ਰਹੀ ਹੈ ਪ੍ਰੈਜ਼ੀਡੈਂਟ ਦੀ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਕੌਣ ਪਾਰਟਿਸਿਪੇਟ ਕਰਦਾ ਹੈ। ਤੁਹਾਨੂੰ ਧਿਆਨ ਨਾਲ ਇਸ ਨੂੰ ਕੁਐਸਚਨ ਨੂੰ ਸੋਲਵ ਕਰੋ। ਇਲੈਕਟਿਡ ਮੈਂਬਰਸ ਆਫ ਬੋਥ ਹਾਊਸਸ ਆਫ ਪਾਰਲੀਮੈਂਟ, ਲੋਕ ਸਭਾ ਐਸ ਵੈਲ ਐਸ ਰਾਜ ਸਭਾ। ਧਿਆਨ ਰੱਖੋ ਉਰੇ ਇਲੈਕਟਿਡ ਦੀ ਗੱਲ ਹੋਈ ਹੈ, ਨਾਟ ਆਲ ਨੋਮੀਨੇਟਡ ਦੀ ਗੱਲ ਨਹੀਂ ਹੋ ਰਹੀ ਉਰੇ, ਇਲੈਕਟਿਡ ਦੀ ਗੱਲ ਹੋ ਰਹੀ ਹੈ ਉਰੇ। ਫਿਰ ਇਲੈਕਟਿਡ ਮੈਂਬਰਸ ਆਫ ਬੋਥ ਹਾਊਸਸ ਆਫ ਸਟੇਟ ਲੈਜਿਸਲੇਚਰਸ ਵਿਚ ਇਜ਼ ਅਸੈਂਬਲੀ, ਜਿਹਦੇ ਵਿੱਚ ਤੁਸੀਂ ਡਾਇਰੈਕਟਲੀ ਆਪਣੇ ਐਮਐਲਏਸ ਨੂੰ ਚੁਣ ਕੇ ਭੇਜਦੇ ਹੋ। ਫਿਰ ਕਾਉਂਸਲਸ, ਜਿਹਦੇ ਵਿੱਚ ਇਨਡਾਇਰੈਕਟ ਕਾਈਂਡ ਆਫ ਇਲੈਕਸ਼ਨ ਹੁੰਦਾ ਹੈ, ਨਾਟ ਡਾਇਰੈਕਟ ਇਲੈਕਸ਼ਨ। elected members of legislative assemblies of all states, then elected members of legislative assemblies of Delhi and Pondicherry also। combination देखना है कि केड़ा सही बैठता है। फर्स्ट इज करेक्ट क्योंकि इलेक्टेड मेंबर्स की गल हुई है ते लोक सभा ते राज्य सभा दोवां दे इलेक्टेड मेंबर्स हैं, दे पार्टिसिपेट इन द इलेक्शन प्रोसेस ऑफ प्रेसिडेंट। देन elected members of both houses of state legislature, this is incorrect। elected members of state legislative assemblies ने ओहो participate करते हैं, council participate नहीं करता। then comes elected members of all the legislative assemblies of all states, yes। and then legislative assemblies ਜਿਹੜੀ ਦਿੱਲੀ ਦੇ ਪੌਂਡੀਚੇਰੀ ਦੇ ਕੇਸ, ਯੂਟੀਜ਼ ਦੇ ਕੇਸ ਵਿੱਚ ਵੀ ਜਿਹੜੀ elected assemblies ਨੇ ਉਹਨਾਂ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਪਾਰਟਿਸਿਪੇਟ ਕਰਦੇ ਆ। So 1, 3 and 4 happens to be the right answer in this case। next आ गया जी, फिर क्वेश्चन आया क्या कि वैल्यू की गल करो। हाँ, वैल्यू ऑफ एमएलए कितनी है, वैल्यू ऑफ एमपी कितनी है, अक्सर ये क्वेश्चन पूछा जाता है। एक चीज जो ध्यान देने वाली है उरे कि वैल्यू ऑफ एमपी जिहड़ी हैगी है ओहो बराबर है, चाहे एमपी पंजाब चो इलैक्ट होया, चाहे एमपी राजस्थान चो इलैक्ट होया, चाहे मध्य प्रदेश चो इलैक्ट होया, जिथों मर्जी होया, एमपी दी जिहड़ी वैल्यू है वो चेंज नहीं होने वाली। चेंज केड़ी हो रही है, चेंज होंदी है एमएलए दी वोट दी वैल्यू। क्यों? क्योंकि एमएलए जिहड़े स्टेट्स दे केस हैगे, फॉर एग्जांपल लेट्स से आपां गल करिए, आपां यूपी दी गल कर लैंदे या आपां सिक्किम दी गल कर लैंदे, ਇਹ ਦੋ ਸਟੇਟਸ ਨੂੰ ਕੰਪੇਅਰ ਕਰਨ ਬੈਠਾ ਤਾਂ ਪੋਪੂਲੇਸ਼ਨ ਦੇ ਮਾਮਲੇ 'ਚ ਜ਼ਮੀਨ ਆਸਮਾਨ ਦਾ ਫਰਕ ਮੈਨੂੰ ਦੇਖਣ ਨੂੰ ਮਿਲਦਾ। ਐਂਡ ਅੱਜ ਦੀ ਘੜੀ ਵਿੱਚ ਵੈਲਿਊ ਆਫ ਐਮਐਲਏ ਆਫ ਯੂਪੀ ਹੈਪਨਸ ਟੂ ਬੀ ਵਨ ਆਫ ਦਾ ਹਾਈਐਸਟ, ਰਾਦਰ ਵਨ ਆਫ ਦਾ ਹਾਈਐਸਟ, ਇਟ ਇਜ਼ ਦ ਹਾਈਐਸਟ ਇਨ ਕੇਸ ਆਫ ਇੰਡੀਆ। ਇਫ ਆਈ ਐਮ ਨॉट ਰੋਂਗ 208 ਦੇ ਆਸ-ਪਾਸ ਜੋ ਵੈਲਿਊ ਬਣਦੀ ਹੈ ਉਹ ਵੈਲਿਊ ਆਫ ਵੋਟ ਆਫ 1 ਐਮਐਲਏ ਫਰੋਮ ਯੂਪੀ ਹੈ ਤੇ ਮਿਨੀਮਮ ਬਣਦੀ ਹੈ ਸਿੱਕਿਮ ਦੇ ਐਮਐਲਏਸ ਦੀ। ਉਰੇ ਤੁਸੀਂ ਦੇਖਦੇ ਹੋ ਐਮਐਲਏਸ ਦੀ ਵੈਲਿਊ ਕਾਊਂਟ ਕਰਨ ਵੇਲੇ ਤੁਸੀਂ ਉੱਤੇ ਨਿਊਮਰੇਟਰ 'ਚ ਰੱਖਦੇ ਹੋ ਪੋਪੂਲੇਸ਼ਨ ਆਫ ਦਾ ਸਟੇਟ ਐਂਡ ਡਿਵਾਈਡਡ ਬਾय ਨੰਬਰ ਆਫ ਇਲੈਕਟਿਡ ਐਮਐਲਏਸ, ਤੇ ਇਹਨੂੰ 1000 ਨਾਲ ਡਿਵਾਈਡ ਕਰ ਦਿਓ, ਆਹ ਬਣਦਾ ਹੈ ਵੈਲਿਊ ਆਫ ਵੋਟ ਆਫ ਐਮਐਲਏ। ਤਾਂ ਕੁਐਸਚਨ ਵਿੱਚ ध्यान ना पढ़ना है, एमपी की गल हो रही है, एमएलए की गल हो रही है, तो जो स्टेट की गल हो रही है तो एमएलए की गल हो रही है, तो भाई अलग अलग स्टेट्स की अलग अलग एमएलए की वैल्यू उरे देखने को मिलने वाली है। फिर तीजी गल जिते क्वेश्चन पूछा जा सकता है, ऑफकोर्स उरे दो स्टेटमेंट्स ही है, तीजी स्टेटमेंट जो पूछी जा सकती है वो ये है कि टोटल नंबर ऑफ या टोटल वैल्यू ऑफ वोट्स ऑफ एमएलए बराबर है या नहीं टू द टोटल वैल्यू ऑफ वोट्स ऑफ एमपीज। द आंसर इज यस, दोहां दी वैल्यू जिहड़ी हैगी है ये बराबर होंदी है।
ਇਹ ਤਿੰਨ ਚੀਜ਼ਾਂ ਤੁਸੀਂ ਆਪਣੇ ਪੇਪਰ ਲਈ ਨੋਟ ਕਰਕੇ ਰੱਖਣੀਆਂ, ਇਸ ਤੋਂ ਸਵਾਲ ਪੁੱਛਿਆ ਜਾ ਸਕਦਾ ਹੈ। ਸੋ ਲੈਟਸ ਸਟਾਰਟ ਆਨਸਰਿੰਗ ਨਾਓ। ਦ ਵੈਲਿਊ ਆਫ ਵੋਟ ਆਫ ਈਚ MLA ਵੇਰੀਜ਼ ਫਰੋਮ ਸਟੇਟ ਟੂ ਸਟੇਟ। ਹੁਣੇ ਸਮਝਾਇਆ, ਦ ਆਂਸਰ ਇਜ਼ ਯੈਸ। Then the value of vote of MPs of Lok Sabha is more than the value of vote of MPs of the Rajya Sabha। नहीं जी, बिल्कुल भी नहीं। चाहे MP राज्य सभा ਦਾ, ਚਾਹੇ ਲੋਕ ਸਭਾ ਦਾ, ਚਾਹੇ MP ਪੰਜਾਬ ਦਾ, ਚਾਹੇ ਰਾਜਸਥਾਨ ਦਾ, MP ਦੀ ਵੈਲਿਊ ਸੇਮ ਹੀ ਰਹਿਣ ਵਾਲੀ ਹੈ, MLA ਦੀ ਵੈਲਿਊ ਚੇਂਜ ਹੋਏਗੀ। So in this case, first happens to be the in this case ਮੈਨੂੰ ਲੱਗਦਾ ਹੈ ਕਿ ਇਹ ਗਲਤ ਹੋ ਰਿਹਾ ਆਨਸਰ ਆਇਆ ਹੋਇਆ। The value of vote of each MLA varies from state to state। ਇਹ ਸਹੀ ਹੈ ਜੀ, ਤੇ ਜਿਹੜਾ B ਹੈਗਾ ਇਹ ਇਨਕਰੈਕਟ ਹੈ। One only is the right answer। D ਨਹੀਂ ਹੈਗਾ, ਇਹ ਆਊਗਾ। Next, if there is any dispute regarding the presidential election, it can be referred to। हाँ जी, ਹੁਣ ਇਹ ਸਟੇਟਮੈਂਟ ਤੁਹਾਨੂੰ ਬੜੀ ਈਜ਼ੀ ਲੱਗ ਰਹੀ ਹੈ ਕਿਉਂਕਿ ਆਪਸ਼ਨਸ ਈਜ਼ੀ ਹੈ। ਜੇ ਮੈਂ ਅਟਾਰਨੀ ਜਨਰਲ ਦੀ ਬਜਾਏ ਮੈਂ ਉਰੇ ਹਾਈ ਕੋਰਟ ਲਿਖਦਾ, ਇਹ ਕਨਫਿਊਜ਼ਿੰਗ ਹੋ ਜਾਏਗਾ, ਜਾਂ ਮੈਂ ਉਰੇ ਇਲੈਕਸ਼ਨ ਕਮਿਸ਼ਨ ਲਿਖਦਾ, ਫਿਰ ਕਨਫਿਊਜ਼ਨ ਹੋ ਜਾਏਗਾ। ਤਾਂ ਆਨਸਰ ਕੀ ਹੈ ਇਹਦਾ? ਆਨਸਰ ਹੈਗਾ ਸੁਪਰੀਮ ਕੋਰਟ ਆਫ ਇੰਡੀਆ। ਸੁਪਰੀਮ ਕੋਰਟ ਆਫ ਇੰਡੀਆ ਡੀਲ ਕਰਦੀ ਹੈ ਜੇ ਕੋਈ ਵੀ ਡਿਸਪਿਊਟ ਆ ਗਿਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ। ਨੈਕਸਟ, to whom does the president of India address his resignation? resign ਕਰਨ ਵੇਲੇ ਕਿਹਨੂੰ resign ਦਿੱਤਾ ਜਾਂਦਾ? the answer is vice president of India। next, ਕਿਹੜਾ ਆਰਟੀਕਲ ਹੈਗਾ which provides for provisions related to the impeachment? ਹਾਂਜੀ, impeachment ਦੀ ਗੱਲ ਹੋ ਗਈ। ਹੁਣ impeachment ਨਾਲ ਲਿੰਕ ਹੁੰਦਾ ਹੈ ਆਰਟੀਕਲ 61। ਇਹਨੂੰ ਯਾਦ ਕਰਕੇ ਰੱਖ ਲਓ, ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ। ਪ੍ਰੈਜ਼ੀਡੈਂਟ ਨੂੰ ਜੋ ਇੰਪੀਚ ਕਰਨਾ ਹੈ ਤਾਂ ਬਹੁਤ ਸਟ੍ਰਿੰਜੈਂਟ ਪ੍ਰੋਸੀਜਰ ਬਣਦਾ ਜੀ ਉਹਦਾ। ਉਹਦੇ ਵਿੱਚ ਦੋਹਾਂ ਹਾਊਸਿਸ ਦੇ ਟੋਟਲ ਮੈਂਬਰਸ ਪਾਰਟਿਸਿਪੇਟ ਕਰਦੇ ਹੈ। ਦੋ ਆਪਾਂ ਦੇਖਦੇ ਹਾਂ ਨੋਮੀਨੇਟਡ ਜਿਹੜੇ ਮੈਂਬਰਸ ਨੇ ਉਹ ਇਲੈਕਸ਼ਨ ਵੇਲੇ ਪਾਰਟਿਸਿਪੇਟ ਨਹੀਂ ਕਰਦੇ, ਪਰ ਇੰਪੀਚਮੈਂਟ ਪ੍ਰੋਸੀਡਿੰਗਸ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਨੇ, ਰਾਈਟ। ਉਰੇ ਤੁਹਾਨੂੰ 2/3 ਐਬਸੋਲੂਟ ਮੈਜੋਰਿਟੀ ਚਾਹੀਦੀ ਹੈ, ਜਿਹੜੀ ਟੋਟਲ ਸਟਰੈਂਥ ਹੈ ਹਾਊਸ ਦੀ, ਟੂ ਇੰਪੀਚ ਦ ਪ੍ਰੈਜ਼ੀਡੈਂਟ। So 61 article number 61 deals with that। next चलते हैं इस तो बाद अगे। which one of the following is part of electoral college of president but not of the process of impeachment? ਕਹਿੰਦੇ president ਦੀ election ਜਦੋਂ ਹੋ ਰਹੀ ਹੈ ਉਦੋਂ ਇਹ ਵੋਟ ਪਾ ਰਹੇ ਹੈ, ਵੋਟ ਦੇ ਰਹੇ ਹੈ, ਬਟ ਜਦੋਂ impeachment ਹੋ ਰਹੀ ਹੈ ਫਿਰ ਇਹ proceedings ਤੋਂ ਬਾਹਰ ਰੱਖੇ ਗਏ ਹੈ। ਕਿਹੜੀ ਕੈਟੇਗਰੀ ਹੈ? ਸੋ ਇਨ ਦਿਸ ਕੇਸ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਲੋਕ ਸਭਾ ਰਾਜ ਸਭਾ ਤਾਂ ਜਿਹੜੇ MPs ਨੇ ਉਹ ਤਾਂ ਆਣਗੇ। ਕਿਹੜੇ ਬਾਹਰ ਰੱਖੇ ਜਾਣਗੇ? ਉਹ ਨੇ ਇਲੈਕਟਿਡ MLAs ਫਰੋਮ ਲੈਜਿਸਲੇਟਿਵ ਅਸੈਂਬਲੀਜ਼। ਸੋ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੀ ਜਿਹੜੀ ਕੈਟੇਗਰੀ ਹੈ ਇਹਨੂੰ ਬਾਹਰ ਰੱਖਿਆ ਗਿਆ। ਇਹ ਤਾਂ ਵੈਸੇ ਵੀ ਬਾਹਰ ਸਟੇਟ ਲੈਜਿਸਲੇਟਿਵ ਕਾਉਂਸਿਲ ਨੂੰ ਤਾਂ ਤੁਸੀਂ ਇਲੈਕਸ਼ਨ ਦੇ ਵਿੱਚ ਵੀ ਨਹੀਂ ਕਾਊਂਟ ਕਰ ਰਹੇ, ਹੈ ਨਾ। ਤਾਂ ਸਟੇਟਮੈਂਟ ਦੇ ਹਿਸਾਬ ਨਾਲ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਬਣਦੀਆਂ, ਇਹਨਾਂ ਨੂੰ ਆਪਾਂ ਬਾਹਰ ਰੱਖਿਆ ਗਿਆ। ਨੈਕਸਟ, ਫॉर ਹਾਊ ਲੌਂਗ can a vice president act as president when the president cannot perform his duties? किन्ने टाइम तक वो परफॉर्म कर सकते हैं ड्यूटीज? the answer is 6 months। फंडामेंटल डिफरेंस जो इंडिया दे वाइस प्रेसिडेंट दी पावर वर्सेस US दे वाइस प्रेसिडेंट दे पावर दे विच ये है कि US दे केस च जे वाइस प्रेसिडेंट टेक्स ओवर द ऑफिस तां ओह पूरी टर्म जिहड़ी रिमेनिंग होने वाली है ओहदे विच ओह आणगे। इंडिया के केस च सिर्फ 6 महीने तक ही प्रेजिडेंट के ऑफिस में रिज्यूम कर सकते हैं, उस तो बाद प्रेजिडेंट के इलेक्शन करवाने जरूरी हो जाएंगे। सो 6 months इज द राइट आंसर। नेक्स्ट है जी ज्वाइंट सिटिंग ਨੂੰ ਲੈ ਕੇ कि ज्वाइंट सिटिंग ਜਿਹੜੀ ਹੁੰਦੀ ਹੈ ਲੋਕ ਸਭਾ ਤੇ ਰਾਜ ਸਭਾ ਦੀ ਜਿਹੜੀ ज्वाइंट सिटिंग ਹੈਗੀ ਹੈ ਅੰਡਰ ਆਰਟੀਕਲ 108। ਪਹਿਲੀ ਗੱਲ ਤਾਂ ਇਹ ਯਾਦ ਹੋਣਾ ਚਾਹੀਦਾ ਕਿ ਆਰਟੀਕਲ 108 ਦੇ ਅੰਡਰ ज्वाइंट सिटिंग ਹੁੰਦੀ ਹੈ। ज्वाइंट सिटिंग ਨੂੰ ਕੌਣ ਸੱਦ ਸਕਦਾ ਹੈ? क्वेश्चन ਇਹ ਹੈ ਜੀ, ਕੌਣ ਬੁਲਾ ਸਕਦਾ ਹੈ? द आंसर इज प्रेसिडेंट। प्रेसिडेंट बुला सकता है। स्पीकर ऑफ लोक सभा नाल चेक करके आ जाओ, उत्थे प्रेसिडेंट बुलांदा है ज्वाइंट सिटिंग दे केस च, राइट। ते ਇਹਦੇ जो ज्वाइंट सैशन चल रहा है तो ਉਹਨੂੰ ਉੱਤੇ प्रिसाइड कौन करूगा? प्रिसाइड करता है स्पीकर ऑफ लोक सभा। फिर पूछा जा सकता है कि ਕਿਹੜੇ-ਕਿਹੜੇ केसेस ज्वाइंट सिटिंग नहीं हो सकती।
ਪ੍ਰੋਮੀਨੈਂਟ ਜੋ ਕੇਸ ਪੁੱਛਿਆ ਜਾਂਦਾ ਹੈ ਕਿ ਕੀ ਕੋਈ ਜੇ ਕਨਸਟੀਟਿਊਸ਼ਨਲ ਅਮੈਂਡਮੈਂਟ ਦਾ ਬਿੱਲ ਚੱਲ ਰਿਹਾ ਹੈ ਤਾਂ ਉਸ ਕੇਸ ਜੁਆਇੰਟ ਸਿਟਿੰਗ ਹੋ ਸਕਦੀ, ਆਂਸਰ ਇਜ਼ ਕਲੀਅਰ ਨੋ, ਰਾਈਟ। ਸੋ ਆਹ ਤਿੰਨ ਗੱਲਾਂ ਜਿਹੜੀਆਂ ਹੈਗੀਆਂ ਤੁਸੀਂ ਧਿਆਨ ਚ ਰੱਖਣੀ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ। ਹਾਂਜੀ, ਗਿਵਨ ਬਿਲੋ ਆਰ ਟੂ ਸਟੇਟਮੈਂਟਸ, ਅਸਰਸ਼ਨ ਰੀਜ਼ਨ ਦਾ ਕੈਟੇਗਰੀ ਦਾ ਸਵਾਲ ਹੈ। ਦ ਪ੍ਰੈਜ਼ੀਡੈਂਟ ਇਜ਼ ਅ ਪਾਰਟ ਆਫ ਪਾਰਲੀਮੈਂਟ। ਹੁਣ ਸੋਚੋ ਜ਼ਰਾ, ਇਸ ਤੇ ਵਿਚਾਰ ਕਰੋ, ਵੀਡੀਓ ਨੂੰ ਪੌਜ਼ ਕਰੋ ਤੇ ਇਸ ਤੇ ਵਿਚਾਰ ਕਰੋ ਕਿ ਕੀ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਪਾਰਟ ਹੈ ਜਾਂ ਨਹੀਂ। then a bill passed by the two houses of the parliament cannot become a law without the assent of the president। president ਦੀ ਮਨਜ਼ੂਰੀ ਜ਼ਰੂਰੀ ਹੈ, ਉਸ ਤੋਂ ਬਗੈਰ ਜਿਹੜਾ ਬਿੱਲ ਹੈਗਾ ਜੇ ਪਾਸ ਕਰ ਵੀ ਦਿੱਤਾ ਦੋਨੋਂ ਸਟੇਟ ਹਾਊਸਸ ਨੇ, ਉਹ ਕਦੇ ਲਾਅ ਨਹੀਂ ਬਣ ਪਾਊਗਾ। ਸਰ ਇਹ ਤਾਂ ਗੱਲ ਸਮਝ ਆ ਗਈ, ਉੱਤੇ ਵਾਲੀ ਤੇ ਆਓ ਫਿਰ। ਉੱਤੇ ਵਾਲੀ, ਹਾਂਜੀ, ਕੀ ਪ੍ਰੈਜ਼ੀਡੈਂਟ ਪਾਰਲੀਮੈਂਟ ਦਾ ਪਾਰਟ ਹੈ ਜਾਂ ਨਹੀਂ ਹੈ? ਆਰਟੀਕਲ 79 ਕਹਿੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕੀ ਹੈ, ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ। ਇੱਕ ਕੈਟੇਗੋਰੀਕਲੀ ਤਿੰਨ ਚੀਜ਼ਾਂ ਲਿਖੀਆਂ ਗਈਆਂ ਆਰਟੀਕਲ 79 ਦੇ ਵਿੱਚ। ਸੋ ਅਸਰਸ਼ਨ ਇਜ਼ ਕਰੈਕਟ। ਤੇ ਉਹਦਾ ਰੀਜ਼ਨ ਦੇਖੋ, ਰੀਜ਼ਨਿੰਗ ਦੇਖੋ ਕਿੰਨੀ ਸਹੀ ਹੈ ਕਿ ਹਾਂ ਬਈ ਜੇ ਬਿੱਲ ਜੇ ਦੋ ਹਾਊਸਸ ਨੇ ਪਾਸ ਕਰਤਾ ਤਾਂ ਉਹ ਤੇ ਮੋਹਰ ਜਦੋਂ ਲੱਗੂਗੀ ਤਾਂ ਹੀ ਲਾਅ ਬਣੂਗਾ, ਤਾਂ ਹੀ ਲਾਅ ਬਣੂਗਾ, ਤਾਂ ਹੀ ਲੈਜਿਸਲੇਸ਼ਨ ਬਣੂਗਾ। ਲੈਜਿਸਲੇਸ਼ਨ ਬਣਾਉਣਾ ਕਿਹਦਾ ਕੰਮ ਹੁੰਦਾ ਹੈ? ਪਾਰਲੀਮੈਂਟ ਦਾ ਕੰਮ ਹੁੰਦਾ ਹੈ। ਤਾਂ ਕਿਆ ਮੈਂ ਕਹਿ ਸਕਦਾ ਕਿ ਇਹ ਰੀਜ਼ਨ ਵੀ ਸਹੀ ਹੈ, ਅਜ਼ਰਸ਼ਨ ਵੀ ਸਹੀ ਹੈ, ਤੇ ਰੀਜ਼ਨ ਜਿਹੜਾ ਹੈਗਾ ਉਹ ਅਜ਼ਰਸ਼ਨ ਜਿਹੜਾ ਹੈਗਾ ਉਹਨੂੰ ਬਿਲਕੁਲ ਕਰੈਕਟਲੀ ਐਕਸਪਲੇਨ ਕਰ ਰਿਹਾ। ਸੋ ਬੋਥ A and R are true and R happens to be the correct explanation of A, right? चलते हैं जी, इस तो बाद अगे। Under which article of Indian Constitution the President of India enjoys the power to withhold his assent to any bill passed by both houses of the parliament? ਕਿਹੜੇ ਆਰਟੀਕਲ ਦੇ ਅੰਡਰ ਪ੍ਰੈਜ਼ੀਡੈਂਟ ਕੋਲ ਪਾਵਰ ਹੈ ਟੂ ਵਿਦਹੋਲਡ ਹਿਸ ਅਸੈਂਟ? ਹੁਣ ਕੁਝ ਫੰਡਾਮੈਂਟਲ ਆਰਟੀਕਲਸ ਨੇ ਜੋ ਤੁਹਾਨੂੰ ਹਮੇਸ਼ਾ ਯਾਦ ਹੋਣੇ ਚਾਹੀਦੇ ਹਨ, ਜਿਵੇਂ ਇੰਪੀਚਮੈਂਟ ਦੀ ਗੱਲ ਕੀਤੀ ਹੈ ਆਪਾਂ ਪਾਰਡਨਿੰਗ ਪਾਵਰ ਦੀ ਗੱਲ ਕਰਾਂਗੇ, ਆਪਾਂ ਆਰਟੀਕਲ 111 ਦੀ ਗੱਲ ਕੱਲ ਵੀ ਕੀਤੀ ਸੀ ਤੇ ਅੱਜ ਵੀ ਕਰ ਰਹੇ ਹਾਂ ਕਿਉਂਕਿ ਇਹ ਇੰਪੋਰਟੈਂਟ ਹੈ। ਆਰਟੀਕਲ 108 ਦੀ ਗੱਲ ਪਿੱਛੇ ਕਰਕੇ ਆਏ ਆਪਾਂ। ਤਾਂ ਅੰਡਰ ਆਰਟੀਕਲ 111 ਪ੍ਰੈਜ਼ੀਡੈਂਟ ਕੋਲ ਪਾਵਰ ਹੈ ਟੂ ਗਿਵ ਅਸੈਂਟ ਟੂ ਅ ਬਿੱਲ, to withhold his assent to a bill, या फिर ओके कि दोबारा रिकंसिडर कर लो। सो आर्टिकल 111 is the right answer. Next, हाँ जी, which article of the Indian Constitution empowers the president to consult Supreme Court? सर इतने स्टार मार्क कर लो, एक क्वेश्चन पूछा जा सकता है इस बार, बहुत हाई चांसेस है इस क्वेश्चन ਦੇ ਪੁੱਛੇ ਜਾਣ ਦੇ। ਕਿਉਂ? ਕਿਉਂਕਿ ਇਹ ਆਰਟੀਕਲ 143 ਨਾਲ ਡੀਲ ਕਰ ਰਿਹਾ ਹੈ। Which article of Indian Constitution empowers the president to consult Supreme Court? ਕੋਈ ਇੰਪੋਰਟੈਂਟ ਮੁੱਦਾ ਆ ਗਿਆ, ਕਿਸੇ ਇੱਕ ਲੈਜਿਸਲੇਟਿਵ ਜਾਂ ਲਾਅ ਰਿਲੇਟਡ ਇਸ਼ੂ ਤੇ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ, ਕਨਸਟੀਟਿਊਸ਼ਨ ਤੇ ਕਲੈਰੀਫਿਕੇਸ਼ਨ ਚਾਹੀਦੀ ਹੈ, ਤਾਂ ਪ੍ਰੈਜ਼ੀਡੈਂਟ ਸਾਹਿਬ ਕੀ ਕਰਨਗੇ? ਕੰਸਲਟ ਕਰਨਗੇ ਸੁਪਰੀਮ ਕੋਰਟ ਨੂੰ, ਤੇ ਸੁਪਰੀਮ ਕੋਰਟ ਆਪਣਾ ਉਸ ਤੇ ਇੱਕ ਡਿਸੀਜਨ ਦਊਗਾ, ਆਪਣੀ ਇੱਕ ਐਡਵਾਈਸ ਜਾਰੀ ਕਰਨ ਵਾਲਾ। ਤੇ ਮੈਂ ਇਹ ਕਿਉਂ ਕਹਿ ਰਿਹਾ ਕਿ ਇਸ ਤੇ ਕੁਐਸਚਨ ਇਸ ਵਾਰ ਆਉਣ ਦੇ ਚਾਂਸਸ ਹੈ ਕਿਉਂਕਿ ਪ੍ਰੈਜ਼ੀਡੈਂਟ ਨੇ 16th ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਪਾਈ ਹੈ, 16th ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਪਾਈ ਸੀ ਸੁਪਰੀਮ ਕੋਰਟ ਨੂੰ। ਪਿਛਲੇ ਸਾਲ ਦੀ ਗੱਲ ਕਰੀਏ ਜੇ ਆਪਾਂ, ਕਿਉਂਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀਗਾ ਤਮਿਲਨਾਡੂ ਗਵਰਨਰ ਦੇ ਕੇਸ 'ਚ। ਉਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਗਵਰਨਰ ਇਸ ਟਾਈਮ ਬਾਉਂਡ, ਉਹਨੂੰ ਟਾਈਮ ਵਿਦਿਨ ਅ ਟਾਈਮ ਉਹਨੂੰ ਡਿਸਾਈਡ ਕਰਨਾ ਪੈਣਾ ਕਿ ਕਿਹੜੇ ਬਿੱਲ ਨੂੰ ਉਹ ਪਾਸ ਕਰ ਰਿਹਾ ਤੇ ਕਿਹੜੇ ਨੂੰ ਉਹ ਵਾਪਸ ਕਰਨ ਵਾਲਾ ਹੈ ਤੇ ਕਿਹੜੇ ਨੂੰ ਉਹ ਪ੍ਰੈਜ਼ੀਡੈਂਟ ਨੂੰ ਰੈਫਰ ਕਰਨ ਵਾਲਾ ਹੈ। ਉਹ ਸਾਰਾ ਟਾਈਮ ਦੇ ਵਿੱਚ ਡਿਸਾਈਡ ਹੋਊਗਾ। ਤਾਂ ਫਿਰ ਇਸ ਤੇ ਕੁਐਸਚਨ ਪੁੱਛਿਆ ਗਿਆ ਸੀਗਾ ਪ੍ਰੈਜ਼ੀਡੈਂਟ ਵੱਲੋਂ ਕਿ ਕੀ ਸੁਪਰੀਮ ਕੋਰਟ ਜਾਂ ਜੁਡੀਸ਼ਰੀ ਪਾਰਲੀਮੈਂਟ ਜਾਂ ਜੁਡੀਸ਼ਰੀ ਐਗਜ਼ੀਕਿਊਟਿਵ ਨੂੰ ਦੱਸ ਸਕਦੀ ਹੈ ਕਿ ਇਹ ਬਿੱਲ ਜਿਹੜਾ ਹੈਗਾ ਇਹ ਟਾਈਮ ਦੇ ਵਿੱਚ ਤੁਸੀਂ ਪਾਸ ਕਰਨਾ ਹੈ? ਤਾਂ ਉਹਦਾ ਆਨਸਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਨਹੀਂ ਦੱਸ ਸਕਦੇ। ਜੇ ਅਸੀਂ ਦੱਸਣ ਲੱਗ ਗਏ ਤਾਂ ਫਿਰ ਉਹ ਜਿਹੜਾ ਸੈਪਰੇਸ਼ਨ ਆਫ ਪਾਵਰ ਦੀ ਗੱਲ ਹੈ ਉਹ ਵਾਇਲੇਟ ਹੋਣਾ ਸ਼ੁਰੂ ਹੋ ਜੂਗੀ।
ਤਾਂ ਇਸ ਲਈ 16th ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਕਰਕੇ ਆਰਟੀਕਲ 143 ਨਿਊਜ਼ ਵਿੱਚ ਰਿਹਾ ਤੇ ਇਸ ਤੇ ਸਵਾਲ ਇਸ ਵਾਰ ਆਉਣ ਦੇ ਪੂਰੇ ਚਾਂਸਸ ਹੈ, ਇਹਨੂੰ ਯਾਦ ਕਰੋ, ਯਾਦ ਰੱਖੋ। ਨੈਕਸਟ, from which articles does the president of India derive his pardoning power? Very important. Article 72. 72 deals with the pardoning power of the president. Next है जी, according to the Constitution of India, it is a duty of President of India to cause to be laid before Parliament which of the following? कि President ਦੀ duty है ਕਿਹੜੀ ਕਿਹੜੀ ਰਿਪੋਰਟਸ ਉਹ ਪਾਰਲੀਮੈਂਟ ਦੇ ਮੂਹਰੇ ਰੱਖੂਗਾ ਹੀ ਰੱਖੂਗਾ। ਇਹ ਕੁਐਸਚਨ ਦੀ ਸਾਰ ਹੈ। The recommendations of Union Finance Commission, फिर the report of Public Accounts Committee, then the report of CAG, then the report of National Commission for Scheduled Caste. Answer is 1, 3 and 4. President is duty bound to lay the recommendation or reports of these constitutional bodies in front of parliament. But B ਦੇ ਕੇਸ ਚ ਪਬਲਿਕ ਅਕਾਊਂਟ ਕਮੇਟੀ ਇਹ ਪਾਰਲੀਮੈਂਟਰੀ ਕਮੇਟੀ ਹੈ, ਇਹਦੇ ਵਿੱਚ ਪ੍ਰੈਜ਼ੀਡੈਂਟ ਦਾ ਰੋਲ ਨਹੀਂ ਆਉਂਦਾ ਹੈਗਾ, ਤਾਂ ਇਸ ਲਈ ਆਪਾਂ B ਜਿਹੜਾ ਹੈਗਾ ਸੈਕੰਡ ਆਪਸ਼ਨ ਜਿਹੜਾ ਹੈਗਾ ਇਹਨੂੰ ਆਪਾਂ ਐਕਸਕਲੂਡ ਕੀਤਾ ਹੈ। 1, 3, 4 C happens to be the right answer. Next ਹੈ ਜੀ, ਰਾਸ਼ਟਰਪਤੀ ਭਵਨ was designed by whom? ਇਹ ਫੈਕਚੁਅਲ ਕੁਐਸਚਨ ਪੁੱਛਿਆ ਜਾ ਸਕਦਾ ਹੈ। The answer is Edwin Lutyens. ਦਿੱਲੀ ਦੇ ਤੁਸੀਂ ਇੰਡੀਆ ਗੇਟ ਵਿਜ਼ਿਟ ਕਰੋਗੇ, ਪੁਰਾਣੀ ਰਾਸ਼ਟਰਪਤੀ ਭਵਨ ਦੀ, ਹੁਣ ਵੀ ਰਾਸ਼ਟਰਪਤੀ ਭਵਨ ਦੀ ਬਿਲਡਿੰਗ ਵਿਜ਼ਿਟ ਕਰੋਗੇ, ਹੁਣ ਤਾਂ ਚਲੋ ਬਹੁਤ ਜ਼ਿਆਦਾ ਰੀਡਿਵੈਲਪਮੈਂਟ ਹੋ ਗਈ ਸੈਂਟਰਲ ਵਿਸਟਾ ਪ੍ਰੋਜੈਕਟ ਦੀ, ਪਰ ਤੁਸੀਂ 올ਡ ਪਾਰਲੀਮੈਂਟ ਨੂੰ ਵਿਜ਼ਿਟ ਕਰੋਗੇ, ਉਹ ਸਾਰੇ ਏਰੀਆ ਜਿਹੜਾ ਹੈਗਾ ਨਾ ਪੁਰਾਣਾ, ਉਹ ਹਾਲਾਂਕਿ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਬਹੁਤ ਵੈਲ ਪਲਾਨਡ ਵੈਲ ਡਿਵੈਲਪਡ ਹੈ, ਉਹਨੂੰ ਲਿਊਟੈਂਸ ਏਰੀਆ ਕਹਿੰਦੇ ਆ ਆਪਾਂ। ਤਾਂ ਉਹ ਨਾਮ ਕਿੱਥੋਂ ਆਇਆ? ਉਹ ਨਾਮ ਆਇਆ ਉਹਦੇ ਆਰਕੀਟੈਕਟ ਤੋਂ, ਐਡਵਿਨ ਲਿਊਟੈਂਸ ਤੋਂ। ਸੋ C is the right answer. Next, the Vice President of India is elected by whom? Vice President ਦੀ election ਦੀ ਗੱਲ ਹੋ ਰਹੀ ਹੈ। Vice President ਦੀ election ਦੇ ਵਿੱਚ electoral college, now the members of both the houses of parliament, Lok Sabha and Rajya Sabha, they participate in the election process of Vice President of India. C is the right answer. फिर गल करते हैं जी, कंसीडर द फॉलोइंग स्टेटमेंट्स अबाउट द वाइस प्रेसिडेंट ऑफ इंडिया। ही इज एन एक्स ऑफिशियो चेयरमैन ऑफ राज्यसभा, राज्यसभा दे एक्स ऑफिशियो चेयरपर्सन बाय द वर्च्यू ऑफ होल्डिंग हिज पोस्ट। एक्स ऑफिशियो चेयरपर्सन की गल करते हैं आप, ठीक है। और प्रेसिडेंट साहब ने, वाइस प्रेसिडेंट साहब ने, ते ओह राज्यसभा दे चेयरपर्सन भी ने। ही इज इलेक्टेड बाय मेंबर्स ऑफ इलेक्टोरल कॉलेज कंसिस्टिंग ऑफ members of both houses of parliament, Lok Sabha te Rajya Sabha. The answer is yes. So C is the right answer. Next है जी, a resolution for the removal of vice president of India can be proposed in। vice president ਨੂੰ ਜੇ remove ਕਰਨਾ ਹੈ ਤਾਂ ਉਹਦਾ resolution ਕਿੱਥੇ propose ਕੀਤਾ ਜਾਊਗਾ? ਕਿਉਂਕਿ election ਦੇ ਵਿੱਚ ਤਾਂ ਦੋਨੋਂ ਲੋਕ ਸਭਾ ਤੇ ਰਾਜ ਸਭਾ participate ਕਰ ਰਹੇ, ਪਰ ਜਦੋਂ remove ਕਰਨਾ ਉਹਨੂੰ ਤਾਂ ਉਸ ਕੇਸ 'ਚ ਜਿਹੜਾ ਪ੍ਰਪੋਜ਼ਲ ਹੈਗਾ ਉਹ ਕਿੱਥੇ ਪ੍ਰੈਜ਼ੈਂਟ ਕੀਤਾ ਜਾਊਗਾ? ਉਹ ਕੀਤਾ ਜਾਊਗਾ ਰਾਜ ਸਭਾ ਦੇ ਵਿੱਚ, ਸਿਰਫ ਰਾਜ ਸਭਾ ਦੇ ਵਿੱਚ, ਤੇ ਰਾਜ ਸਭਾ ਉਸ ਤੇ ਵੋਟਿੰਗ ਦਊਗਾ, ਰਾਈਟ। ਉਸ ਤੋਂ ਮਗਰੋਂ ਸਿੰਪਲ ਮੈਜੋਰਿਟੀ ਦੀ ਫਾਰਮ ਵਿੱਚ ਲੋਕ ਸਭਾ ਵੀ ਉਸ ਤੇ ਐਗਰੀ ਕਰੂਗਾ, ਐਂਡ ਦੈਨ ਯੂ ਵਿਲ ਸੀ ਕਿ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਉਹ ਰਿਮੂਵ ਪੂਰੇ ਹੋ ਜਾਂਦੇ ਆ। ਇਫੈਕਟਿਵ ਮੈਜੋਰਿਟੀ ਦੀ ਗੱਲ ਕਰਦੇ ਆ ਆਪਾਂ ਜਦੋਂ ਗੱਲ ਕਰਦੇ ਆ ਰਾਜ ਸਭਾ ਦੀ ਮੈਜੋਰਿਟੀ ਦੀ, which is required for removing vice president. So D is the right answer. ਉਸ ਤੋਂ ਮਗਰੋਂ ਜੀ the word cabinet, the word cabinet ਕੀ ਇਹ ਇੰਡੀਅਨ ਕਨਸਟੀਟਿਊਸ਼ਨ ਵਿੱਚ ਕਿਤੇ ਮੈਂਸ਼ਨਡ ਹੈਗਾ? ਪਹਿਲਾ ਸਵਾਲ ਤਾਂ ਤੁਹਾਨੂੰ ਆਹੀ ਪੁੱਛਿਆ ਜਾ ਸਕਦਾ ਹੈ, ਜੇ ਹੈ ਤਾਂ ਫਿਰ ਕਿਹੜੇ ਆਰਟੀਕਲ ਦੇ ਵਿੱਚ? ਸਿਰਫ ਇੱਕ ਆਰਟੀਕਲ ਦੇ ਵਿੱਚ word cabinet ਮੈਂਸ਼ਨਡ ਹੈ, ਉਹ ਆਰਟੀਕਲ ਹੈਗਾ ਆਰਟੀਕਲ 352। ਡਿਫਾਈਨ ਕਿਤੇ ਨਹੀਂ ਹੈਗਾ, ਪਰ ਕੈਬਨਿਟ ਵਰਡ ਜਿਹੜਾ ਹੈਗਾ ਉਹ ਉਰੇ ਮੈਂਸ਼ਨ ਹੈ ਆਰਟੀਕਲ 352 ਦੇ ਵਿੱਚ। ਨੈਕਸਟ ਹੈ ਜੀ,
Assertion reasoning. The Council of Ministers in Union of India is collectively responsible to both लोक सभा ते राज्य सभा। वीडियो पॉज करके विचार करो इस पे कि ये पहली स्टेटमेंट सही है या गलत। देन द मेंबर्स ऑफ बोथ लोक सभा एंड राज्य सभा आर एलिजिबल टू बी द मिनिस्टर्स ऑफ यूनियन गवर्नमेंट। ਦੋਹਾਂ ਦੇ ਐਮਪੀਸ ਲੋਕ ਸਭਾ ਤੇ ਰਾਜ ਸਭਾ ਦੇ ਕੀ ਉਹ ਮਿਨਿਸਟਰ ਬਣ ਸਕਦੇ ਆ? The answer is very much yes, ਬਿਲਕੁਲ ਬਣ ਸਕਦੇ ਆ। पहली स्टेटमेंट पे आओ, कलेक्टिवली रिस्पॉन्सिबल टू क्या बोथ लोकसभा राज्यसभा या फिर ओनली लोकसभा? द आंसर इज ओनली लोकसभा, नॉट टू द राज्यसभा। सो इन दिस केस ए जेड़ा हैगा वो इनकरेक्ट है, आर जेड़ा हैगा वो करेक्ट है। सो इन दिस केस ए इज फॉल्स बट आर इज ट्रू, डी इज द राइट आंसर। आर्टिकल 75 पढ़ो, you'll get to know the collective responsibility, individual responsibility, and how executive is responsible to the legislative and especially to the Lok Sabha। ਤਾਂ ਹੀ ਤੁਸੀਂ ਦੇਖਦੇ ਹੋ ਕਿ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਉਹ ਰਾਜ ਸਭਾ ਦੇ ਵਿੱਚ ਪਾਸ ਨਹੀਂ ਹੁੰਦਾ, ਔਰ ਰਾਜ ਸਭਾ ਦੇ ਵਿੱਚ ਇੰਟਰੋਡਿਊਸ ਵੀ ਨਹੀਂ ਹੁੰਦਾ, ਉਹ ਸਿਰਫ ਕਿੱਥੇ ਹੁੰਦਾ? ਲੋਕ ਸਭਾ ਦੇ ਵਿੱਚ ਹੀ ਹੁੰਦਾ, ਕਿਉਂਕਿ ਕਾਉਂਸਲ ਆਫ ਮਿਨਿਸਟਰ is as a unit is collectively responsible to the Lok Sabha। Next, the least number of members who can table no confidence motion against the council of minister in Lok Sabha is 50। 50 ਬੰਦਿਆਂ ਦਾ ਤੁਹਾਨੂੰ ਇੱਕ ਡਿਸੀਜਨ ਚਾਹੀਦਾ ਹੀ ਚਾਹੀਦਾ ਹੈ to lay a no confidence to introduce a no confidence motion in Lok Sabha। तो 50 MP ਦੇ ਤੁਹਾਨੂੰ ਸਾਈਨ ਚਾਹੀਦੇ ਹੀ ਚਾਹੀਦੇ ਹੈ। So minimum 50 is the bar। Next, हाँ जी, again no confidence motion ਨਾਲ linked question है। There is no mention of no confidence motion in the Constitution of India। No confidence motion as a word ਗੱਲ ਕਰਾਂ ਕਿ ਉਹ ਇੰਡੀਆ ਦੇ ਕਨਸਟੀਟਿਊਸ਼ਨ ਵਿੱਚ ਮੌਜੂਦ ਹੈ ਜਾਂ ਨਹੀਂ। ਦੇਖੋ ਅਕਸਰ ਅਕ੍ਰੋਸ ਐਗਜ਼ਾਮੀਨੇਸ਼ਨਸ, ਚਾਹੇ ਪੀਪੀਐਸਸੀ ਦੀ ਗੱਲ ਕਰਾਂ, ਚਾਹੇ ਮੈਂ PSSSB ਦੀ ਗੱਲ ਕਰਾਂ, ਇਹ ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਫਲਾਣੀ ਚੀਜ਼ ਕਨਸਟੀਟਿਊਸ਼ਨ ਦੇ ਵਿੱਚ ਡਿਫਾਈਨਡ ਹੈ ਕਿ ਨਹੀਂ, ਫਲਾਣੀ ਚੀਜ਼ ਕਨਸਟੀਟਿਊਸ਼ਨ ਦੇ ਵਿੱਚ ਮੌਜੂਦ ਹੈ ਕਿ ਨਹੀਂ। ਮੈਜੋਰਿਟੀ ਆਫ ਦਾ ਟਾਈਮਸ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਟ੍ਰਿਕੀ ਹੈ, ਕੁਛ ਹੈ, ਮੈਜੋਰਿਟੀ ਆਫ ਦਾ ਟਾਈਮਸ ਇਹ ਹੁੰਦਾ ਹੈ ਕਿ ਉਹ ਸਟੇਟਮੈਂਟ ਜਿਹੜੀ ਹੈਗੀ ਉਹ ਇਨਕਰੈਕਟ ਹੁੰਦੀ ਹੈ। ਕਨਸਟੀਟਿਊਸ਼ਨ ਦੋ ਆਪਣਾ ਬਹੁਤ ਇੱਕ ਵੋਲੂਮੀਨਸ ਟੈਕਸਟ ਹੈ ਜਿਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਲਿਖੀਆਂ ਗਈਆਂ, ਪਰ ਉਹਦੇ ਵਿੱਚ ਕੀ ਚੀਜ਼ਾਂ ਡਿਫਾਈਨ ਨਹੀਂ ਕੀਤੀਆਂ ਜਾਂਦੀਆਂ, ਉਹਦੇ ਲਈ ਲਾਅ ਬਣਾਏ ਜਾਂਦੇ ਆ। ਤੇ ਨੋ ਕੌਨਫੀਡੈਂਸ ਮੋਸ਼ਨ ਦੀ ਵੀ ਗੱਲ ਕਰਾਂ ਤਾਂ ਉਹ ਨੋ ਕੌਨਫੀਡੈਂਸ ਮੋਸ਼ਨ ਐਜ਼ ਅ ਸਟੇਟਮੈਂਟ, ਐਜ਼ ਅ ਵਰਡਸ ਕਿਤੇ ਵੀ ਕਨਸਟੀਟਿਊਸ਼ਨ ਦੇ ਵਿੱਚ ਡਿਫਾਈਨ ਨਹੀਂ ਹੈਗੇ। ਸੋ a motion of no confidence motion can be introduced in the Lok Sabha only? The answer is yes। right, ਤਾਂ no confidence motion ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਹੀ ਪਾਸ ਹੁੰਦਾ ਹੈ, ਕਿਉਂਕਿ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਆਰਟੀਕਲ 75 ਕੀ ਕਹਿੰਦਾ? ਕਲੈਕਟਿਵਲੀ ਰਿਸਪੌਂਸਿਬਲ ਕਿਹਨੂੰ ਹੈ? ਲੋਕ ਸਭਾ ਨੂੰ ਹੀ ਹੈ, ਕਾਉਂਸਲ ਆਫ ਮਿਨਿਸਟਰਸ। ਚਲਿਏ ਨੈਕਸਟ, the executive power of Union of India is vested in the Prime Minister। Then the Prime Minister is the ex-officio chairperson of the Civil Services Board। ਕਿਹੜੀ ਸਟੇਟਮੈਂਟ ਸਹੀ ਹੈ, ਕਿਹੜੀ ਗਲਤ ਹੈ? ਪਹਿਲੀ ਨੂੰ ਤੁਸੀਂ ਦੇਖੋਗੇ, ਤੁਸੀਂ ਕਹੋਗੇ ਸਰ ਐਗਜ਼ੀਕਿਊਟਿਵ ਪਾਵਰ ਜਿਹੜੀ ਹੈਗੀ ਆਪਾਂ ਪਹਿਲਾਂ ਪੜ੍ਹ ਕੇ ਆਏ ਉਹ ਤਾਂ ਪ੍ਰੈਜ਼ੀਡੈਂਟ ਦੇ ਵਿੱਚ ਵੈਸਟਡ ਹੁੰਦੀ ਹੈ। ਪ੍ਰੈਜ਼ੀਡੈਂਟ, ਦੋ ਪ੍ਰੈਜ਼ੀਡੈਂਟ ਨੋਮੀਨਲ ਹੈਡ ਹੈ, ਪਰ ਕਨਸਟੀਟਿਊਸ਼ਨਲੀ ਸਪੀਕਿੰਗ यूनियन एग्जीक्यूटिव ਦੀ ਜਿਹੜੀ ਪਾਵਰ ਹੈ ਇਟ ਇਜ਼ ਵੈਸਟਡ ਇਨ ਦੀ ਪ੍ਰੈਜ਼ੀਡੈਂਟ। ਪਰ ਸੈਕੰਡ ਸਟੇਟਮੈਂਟ ਦੇ ਆਈਏ, ਦ ਪ੍ਰਾਈਮ ਮਿਨਿਸਟਰ ਇਜ਼ ਐਕਸ ਆਫੀਸ਼ੀਅਲ ਚੇਅਰਮੈਨ ਆਫ ਦ ਸਿਵਲ ਸਰਵਿਸਿਜ਼ ਬੋਰਡ। ਸਿਵਲ ਸਰਵਿਸਿਜ਼ ਬੋਰਡ ਦੇ ਐਕਸ ਆਫੀਸ਼ੀਅਲ ਚੇਅਰਪਰਸਨ PM ਹੈ ਜਾਂ ਨਹੀਂ? ਦ ਆਂਸਰ ਇਜ਼ नो। कैबिनेट सैक्रेटरी ਹੁੰਦੇ ਆ, ਉਹ ਹੁੰਦੇ ਆ। ਪਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੇ ਜਿਹੜੀ ਬਾਡੀਜ਼ ਹੈ ਉਹਨਾਂ ਦੇ ਚੇਅਰਪਰਸਨ PM ਸਾਹਿਬ ਹੁੰਦੇ ਆ। ਫॉर एग्जांपल ਨੈਸ਼ਨਲ ਵਾਈਲਡ ਲਾਈਫ ਬੋਰਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਚੇਅਰਪਰਸਨ PM ਸਾਹਿਬ ਹੋਣਗੇ। ਨੀਤੀ ਆਯੋਗ ਦੀ ਗੱਲ ਕਰੀਏ ਆਪਾਂ, ਇੰਟਰਸਟੇਟ ਕਾਉਂਸਲ ਦੀ ਆਪਾਂ ਗੱਲ ਕਰੀਏ ਤਾਂ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੀ ਗੱਲ ਕਰੀਏ ਤਾਂ ਇਹਨਾਂ ਸਾਰੀ ਜਿਹੜੀ ਬਾਡੀਜ਼ ਹੈ ਇਹਨਾਂ ਦੇ ਚੇਅਰਪਰਸਨ ਕੌਣ ਨੇ? PM ਸਾਹਿਬ ਨੇ। ਬਟ ਉਰੇ ਤੁਸੀਂ ਦੇਖੋਗੇ ਇਸ ਸਿਵਲ ਸਰਵਿਸਿਜ਼ ਬੋਰਡ ਦੇ ਕੇਸ ਕੈਬਿਨੇਟ ਸੈਕਟਰੀ ਹੈਪਨਸ ਟੂ ਬੀ ਦ ਚੇਅਰਪਰਸਨ, ਨਾਟ ਦ PM। ਸੋ ਇਨ ਦਿਸ ਕੇਸ neither 1 or 2, so D happens to be the right answer। Then we have question number 25 regarding the cabinet committees। regarding the cabinet committees
ऑफ कोर्स दे आर एक्स्ट्रा कॉन्स्टिट्यूशनल बॉडीज जो बनाई जांदियां, फॉर एग्जांपल कैबिनेट कमेटी ऑन सिक्योरिटी बारे तुसीं सुनिया, कैबिनेट कमेटी ऑन पार्लीमेंटरी अफेयर बारे सुनिया तुसीं, कैबिनेट कमेटी ऑन पॉलिटिकल अफेयर्स बारे सुनिया, राइट। ਤਾਂ अलग-अलग इस तरीके ਦੀਆਂ कैबिनेट कमेटीज ਬਣਾਈਆਂ ਜਾਂਦੀਆਂ ਕਿ ਕੋਰ ਕੁਝ ਸਿਲੈਕਟਡ ਮਿਨਿਸਟਰਸ ਨੇ ਉਹ ਹੀ ਉਸ ਮੀਟਿੰਗ ਦਾ ਪਾਰਟ ਬਣਦੇ ਆ। ਹਾਲਾਂਕਿ ਕਾਉਂਸਲ ਆਫ ਮਿਨਿਸਟਰ ਇੱਕ ਵੱਡਾ ਗਰੁੱਪ ਹੈ। ਜੇ ਲੋਕ ਸਭਾ ਦੀ ਸਟਰੈਂਥ ਆਪਣੀ ਫॉर एग्जांपल x ਦੇ ਤੁਸੀਂ 100 ਮੰਨ ਲਈ ਚਲੋ, ਤਾਂ 15 ਬੰਦੇ ਹੋਣਗੇ ਜਿਹੜੇ ਕਾਉਂਸਲ ਮਿਨਿਸਟਰ ਦਾ ਪਾਰਟ ਬਣ ਸਕਦੇ। ਪਰ ਜੇ ਕਾਉਂਸਲ ਮਿਨਿਸਟਰ ਦੀ ਆਪਾਂ ਗੱਲ ਕਰੀਏ, ਅੱਜ ਦੀ ਸਟਰੈਂਥ ਦੀ ਗੱਲ ਕਰੀਏ ਤਾਂ 543 ਸਟਰੈਂਥ ਹੈ। ਤਾਂ ਕਾਉਂਸਲ ਮਿਨਿਸਟਰ ਵੀ ਅਕੋਰਡਿੰਗਲੀ ਬਹੁਤ ਜ਼ਿਆਦਾ ਹੈ। ਬਟ ਯੂ ਨੀਡ ਸਿਲੈਕਟਡ ਫਿਊ ਇੰਡੀਵਿਜੂਅਲਸ ਟੂ ਮੇਕ ਐਨ ਇਫੈਕਟਿਵ ਡਿਸੀਜਨ। ਤਾਂ ਉਹ ਕੋਆਰਡੀਨੇਟਡ ਪਲੈਨਿੰਗ ਹੋਵੇ, ਇੱਕ ਕਲੋਜ਼ ਨਿਟ ਸਰਕਲ ਦੇ ਵਿੱਚ ਪਲੈਨਿੰਗ ਹੋਵੇ, ਇਸ ਲਈ ਕੈਬਨਿਟਸ ਬਣਾਈ ਜਾਂਦੀਆਂ, ਛੋਟੀਆਂ ਕਮੇਟੀਜ਼ ਬਣਾਈਆਂ ਜਾਂਦੀਆਂ ਨੇ, ਕੈਬਨਿਟ ਕਮੇਟੀਜ਼। Cabinet committees are not mentioned in the constitution. Yes, cabinet committees are not. Word cabinet mention है, cabinet committees बारे mention कितना गया है constitution ਦੇ ਵਿੱਚ? नहीं कितना गया। फिर then cabinet committees are set up by prime minister according to the exigencies of the time and requirements of the situation. All right, let's move on to the third part. If PM is the member of committee, ਜੇ PM किसी cabinet committee ਦਾ member ਹੈ, ਕਹਿੰਦੇ he may not necessarily be the chairman of committee. PM ਜਦੋਂ ਵੀ ਕਿਸੇ ਕੈਬਨਿਟ ਕਮੇਟੀ ਦੇ ਵਿੱਚ ਬੈਠਦੇ ਆ ਤਾਂ PM ਸੀਨੀਅਰਿਟੀ ਦੇ ਹਿਸਾਬ ਨਾਲ ਸਭ ਤੋਂ ਵੱਡੇ, ਤੇ ਫਿਰ ਸੀਨੀਅਰਿਟੀ ਦਾ ਹੀ ਰੂਲ ਕਹਿੰਦਾ ਹੈ ਕਿ ਉਹ ਚੇਅਰਪਰਸਨ ਵੀ ਹੋਣ ਵਾਲੇ ਹੈ। ਸੋ ਦਿਸ ਸਟੇਟਮੈਂਟ ਇਜ਼ ਇਨਕਰੈਕਟ। ਦੈਨ ਪਾਰਲੀਮੈਂਟਰੀ ਅਫੇਅਰਸ ਕਮੇਟੀ ਇਜ਼ ਚੇਅਰਡ ਬਾय PM। ਪਾਰਲੀਮੈਂਟਰੀ ਅਫੇਅਰਸ ਕਮੇਟੀ ਜਿਹੜੀ ਹੈ ਕਿ ਇਟ ਇਜ਼ ਨਾਟ ਚੇਅਰਡ ਬਾय PM, ਇਟ ਇਜ਼ ਐਕਚੁਅਲੀ ਚੇਅਰਡ ਬਾय डिफेंस मिनिस्टर, नॉट बाय PM। PM ਇਹਦਾ ਪਾਰਟ ਵੀ ਨਹੀਂ ਹੈਗੇ। ਜੇ ਹੁੰਦੇ ਤਾਂ ਫਿਰ of course he would have shared this. So option 4 is correct. Incorrect. Statement 3 is incorrect. And then we have cabinet committees. They are set up by PM. ਜਦੋਂ ਵੀ ਕੋਈ exigency ਆਈ ਹੋਈ ਹੈ, they can set up a new cabinet committee. So option 1 and 2, statement 1 and 2 are true, but 3 and 4 are false. Next, I presume कि last question है. Which one of the following constitutional amendments states that total number of ministers, including PM, in the Council of Ministers shall not exceed 15% of the total number of members of House of the People. House of the People मतलब ਲੋਕ ਸਭਾ ਦੀ ਗੱਲ ਹੋ ਰਹੀ ਹੈ। ਯਾਦ ਰੱਖਿਓ, ਇੱਥੇ ਤੁਸੀਂ ਪਾਰਲੀਮੈਂਟ ਦੀ ਗੱਲ ਨਹੀਂ ਕਰਨੀ, ਸਿਰਫ ਲੋਕ ਸਭਾ ਦੀ ਗੱਲ ਹੋਗੀ, ਹਾਊਸ ਆਫ ਦੀ ਪੀਪਲ ਦੀ ਗੱਲ ਹੋਣ ਵਾਲੀ ਹੈ। ਕਾਉਂਸਲ ਆਫ ਸਟੇਟਸ ਦੀ ਗੱਲ ਨਹੀਂ ਹੋਣ ਵਾਲੀ, ਹਾਊਸ ਆਫ ਪੀਪਲ ਦੀ ਗੱਲ ਹੋ ਰਹੀ ਹੈ, ਲੋਕ ਸਭਾ ਦੀ ਗੱਲ ਹੋ ਰਹੀ ਹੈ। ਤੇ ਕਹਿੰਦੇ ਕਿਹੜੀ ਅਮੈਂਡਮੈਂਟ ਦੇ ਤਹਿਤ ਇਹ ਕਿਹਾ ਗਿਆ ਸੀਗਾ ਕਿ ਸਟਰੈਂਥ ਆਫ ਕਾਉਂਸਲ ਆਫ ਮਿਨਿਸਟਰ ਜਿਹੜੀ ਹੈਗੀ ਹੈ ਉਹ 15% ਹੋਊਗੀ ਟੂ ਦੀ ਟੋਟਲ ਸਟਰੈਂਥ ਆਫ ਹਾਊਸ ਆਫ ਪੀਪਲ ਜਾਂ ਫਿਰ ਲੋਕ ਸਭਾ। ਦ ਆਂਸਰ ਇਜ਼ 91st amendment. वेरी इंपॉर्टेंट। ਸੋ ਮੈਂ ਉਮੀਦ ਕਰਦਾ ਕਿ ਅੱਜ ਦਾ ਲੈਕਚਰ ਸੀਗਾ ਤੁਹਾਡੇ ਲਈ ਹੈਲਪਫੁਲ ਰਿਹਾ ਹੋਵੇਗਾ, ਐਂਡ ਵੀਲ ਕੰਟੀਨਿਊ ਦਿਸ ਸੀਰੀਜ਼। ਥੈਂਕ ਯੂ ਵੈਰੀ ਮਚ, ਸਟੇ ਪੋਜ਼ਿਟਿਵ।